बुलाया तेरा, कहाँ बुद्ध प्रभ तुच्छ हमारी। बरन सकै महिमा जो तिहारी, हम ना सकत कर सिबत तुम्हारी। आप लिहो तुम कथा सुधारी। परम सन्मानयोग जुगो जुग अटल, चवर शतर तख्त मालक। हाजरा हजूर जारा जहूर, सर्व कला भरपूर शब्द गुरु। धन धन श्री गुरु ग्रंथ साहिब महाराज जी दे पावन चरना विखे श्री गुरु तेग बहादुर साहिब महाराज जी दे पावन पवित्र अस्थान गुरुद्वारा श्री रकाबगंज साहिब विखे नतमस्तक हो रहे गुरु प्यार वाले सतसंगी जनों, गुरु पातशाह जी ने बख्शिश की है। सतसंगत का अमोलक समा बख्शिश किया है। आप ਸਰਬੱਤ ਸੰਗਤਾਂ ਦੀ ਮਹਿਮਾ ਕਰਦਿਆਂ ਹੋਇਆਂ, ਉਪਮਾ ਕਰਦਿਆਂ ਹੋਇਆਂ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ, ਇਹ ਜਿਹੜਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ ਇਸ ਬਾਬਤ ਲਿਖਦੇ ਹਨ। जैसे तो मराल मान बैठत हैं, मानसार मुक्ता अमोल रस खाए विकसात हैं। जैसे तो सज्जन मिल बैठत पाक साल, अनग प्रकार व्यंजनात रस खात हैं। जैसे द्रुम की छाया मिल बैठत अनेक पंछी, खाए फल मीठे मधुर बचन के सुहात हैं। तैसे गुर सिख मिल बैठत धर्मसाल, शब्द सहज रस अमृत अघात हैं। भाई गुरदास जी ने 3 प्रमाण दिते ने। पहला प्रमाण है जिमें हंस जेड़े ने वो मानसर सरोवर ते जाके कीमती हीरे मोती चोके तृप्त हुंदे हन। जिमें किसी परिवार दे मैंबरां विच बड़ा ही प्यार है, बड़ा सत्कार है, ਤੇ ਜਦੋਂ ਘਰ ਦੇ ਵਿੱਚ ਭੋਜਨ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਾਰਾ ਪਰਿਵਾਰ ਬੈਠ ਕੇ ਭੋਜਨ ਛਕਦਾ ਹੈ, ਬੜਾ ਖੁਸ਼ ਹੁੰਦਾ ਹੈ, ਬੜਾ ਆਨੰਦ ਮਿਲਦਾ ਹੈ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਕਿਸੇ ਦਰਖਤ ਨੂੰ ਬੜੇ ਮਿੱਠੇ ਫਲ ਲੱਗੇ ਨੇ, ਰਸਦਾਇਕ ਫਲ ਲੱਗੇ ਨੇ, ਪੰਛੀ ਆਏ ਉਹਨਾਂ ਫਲਾਂ ਨੂੰ ਖਾ ਕੇ ਉਹ ਬੜੇ ਮਿੱਠੇ ਮਿੱਠੇ ਮਧੁਰ ਮਧੁਰ ਬਚਨ ਬੋਲਦੇ ਹਨ। ਇਸੇ ਤਰ੍ਹਾਂ ਗੁਰਸਿੱਖ ਤੈਸੇ ਗੁਰਸਿੱਖ ਮਿਲ ਬੈਠਤ ਧਰਮਸਾਲ, ਸ਼ਬਦ ਸਹਿਜ ਰਸ ਅੰਮ੍ਰਿਤ ਅਗਾਤ ਹੈ।
ਗੁਰਸਿੱਖ ਧਰਮਸ਼ਾਲ ਭਾਵ ਗੁਰੂ ਦੇ ਦੁਆਰ ਗੁਰੂ ਘਰ ਦੇ ਵਿੱਚ ਆ ਕੇ ਬੈਠ ਕੇ ਸ਼ਬਦ ਦੇ ਨਾਲ ਜੁੜ ਕੇ ਆਤਮਿਕ ਰਸ ਨੂੰ ਪ੍ਰਾਪਤ ਕਰਕੇ ਤ੍ਰਿਪਤ ਹੁੰਦੇ ਹਨ। ਸੋ ਆਓ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਸ੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸ਼ਟਪਦੀ ਦੇ ਵਿੱਚੋਂ 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਦੋਂ ਕੋਈ ਵੀ ਜਗਿਆਸੂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣ ਵਾਸਤੇ, ਸਤਿਗੁਰੂ ਜੀ ਅਸੀਂ ਅਗਿਆਨੀ ਜੀਵ ਹਾਂ, ਬੇਸਮਝ ਹਾਂ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਾਂ ਅੰਮ੍ਰਿਤ ਬਚਨ ਪੜ੍ਹਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ। ਸਤਿਗੁਰੂ ਜੀ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਪਏ ਹਾਂ, ਬੇਸਮਝ ਹਾਂ, ਸਾਨੂੰ ਇਸ ਜੀਵਨ ਦਾ ਕੋਈ ਸਮਝ ਨਹੀਂ ਹੈ। ਆਪ ਕਿਰਪਾ ਕਰਕੇ ਦੱਸੋ ਇਹ ਸਾਡਾ ਮਨੁੱਖਾ ਜੀਵਨ, ਇਹਦਾ ਮਨੋਰਥ ਕੀ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਮਨੁੱਖ ਇਹ ਜਿਹੜਾ ਤੈਨੂੰ ਜੀਵਨ ਮਿਲਿਆ ਹੈ ਇਹ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ। ਇਸ ਮਨੁੱਖਾ ਜੀਵਨ ਦਾ ਲਕਸ਼ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਹਿਗੁਰੂ ਨੂੰ ਮਿਲਣ ਦੀ ਇੱਕ ਵਾਰੀ ਮਿਲੀ ਹੈ। ਇਸ ਸਰੀਰ ਦੁਆਰਾ, ਇਸ ਜਨਮ ਦੁਆਰਾ ਹੀ ਤੂੰ ਰੱਬ ਨੂੰ ਮਿਲ ਸਕਦਾ ਹੈ। ਭਾਵੇਂ ਕਿ 84 ਲੱਖ ਜੂਨੀਆਂ ਹਨ, ਪਰ 84 ਲੱਖ ਜੂਨੀਆਂ ਦੇ ਵਿੱਚੋਂ ਇਹ ਕੇਵਲ ਮਨੁੱਖਾ ਜੂਨੀ ਹੈ ਜਿਸ ਦੁਆਰਾ ਰੱਬ ਨੂੰ ਮਿਲਿਆ ਜਾ ਸਕਦਾ ਹੈ। ਤਾਂ ਹੀ ਤੇ ਮਹਾਰਾਜ ਫਰਮਾਨ ਕਰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਹੋਰ ਸਾਰੀਆਂ ਜੂਨੀਆਂ ਤੇਰੀਆਂ ਪਾਣੀ ਭਰਨ ਵਾਲੀਆਂ, ਭਾਵ ਤੇਰੇ ਅਧੀਨ ਹਨ, ਤੇਰੇ ਤੋਂ ਥੱਲੇ ਹਨ, ਨੀਵੀਆਂ ਹਨ। ਤੇਰੀ ਸਰਦਾਰੀ ਹੈ। ਜਿਵੇਂ ਕੋਈ ਮੁਖੀ ਬੰਦਾ ਹੁੰਦਾ ਹੈ ਨਾ, ਉਸ ਦਾ ਗੁਰਮੁਖੋ ਫਰਜ਼ ਵੀ ਜ਼ਿਆਦਾ ਹੁੰਦਾ ਹੈ। ਜਿਵੇਂ ਘਰ ਦੇ ਵਿੱਚ ਜਿਹੜਾ ਮੁਖੀ ਮੈਂਬਰ ਹੋਵੇ ਉਹਦਾ ਫਰਜ਼ ਬਹੁਤ ਵੱਡਾ ਹੁੰਦਾ, ਜ਼ਿੰਮੇਵਾਰੀ ਵੱਡੀ ਹੁੰਦੀ, ਉਹਨੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਦੇਖਣਾ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖਾ ਦੇਹੀ ਸਰਦਾਰ ਜੂਨੀ ਮਿਲੀ ਹੈ। ਫਿਰ ਇਸ ਬਾਬਤ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਗੁਰੂ ਦੀ ਸੇਵਾ ਕਰਨ ਵਾਸਤੇ ਤੇ ਰੱਬ ਦੀ ਭਗਤੀ ਕਰਨ ਵਾਸਤੇ ਇਹ ਮਨੁੱਖਾ ਜੂਨੀ ਮਿਲੀ ਹੈ, ਮਨੁੱਖਾ ਦੇਹੀ ਮਿਲੀ ਹੈ। ਪਰ ਇਹ ਜਿਹੜਾ ਸੰਸਾਰ ਦਾ ਮਾਇਆ ਮੋਹ ਹੈ, ਇਹ ਜੀਵ ਨੂੰ ਇਹਦੇ ਲਕਸ਼ ਤੋਂ ਹਟਾ ਦਿੰਦਾ ਹੈ। ਜਿਵੇਂ ਅੱਜ ਇਸ ਪਾਵਨ ਅਸਥਾਨ ਤੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਆਇਆ ਹੈ, ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ, ਰਾਖ ਲਿਓ ਇਹ ਬਿਖਈ ਜੀਓ, ਦੇਹੋ ਆਪਣਾ ਨਾਉ। ਜਿਸ ਮਾਇਆ ਨੇ ਸਾਰੇ ਬ੍ਰਹਮੰਡ ਨੂੰ ਮੋਹਿਆ ਹੋਇਆ, ਕੇਵਲ ਮਨੁੱਖ ਨੂੰ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਫਰਮਾਨ ਕਰਦੀ ਹੈ, ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰ ਦੇਵ। ਮਾਇਆ ਨੇ ਸਾਰੇ ਦੇਵੀ ਦੇਵਤੇ ਜਿੰਨਾ ਵੀ ਬ੍ਰਹਮੰਡ ਹੈ ਸਭ ਨੂੰ ਮੋਹਿਤ ਕੀਤਾ ਹੋਇਆ ਹੈ, ਆਪਣੇ ਵਸ ਦੇ ਵਿੱਚ ਕੀਤਾ ਹੋਇਆ ਹੈ। ਮਾਇਆ ਐਸੀ ਮੋਹਣੀ ਭਾਈ ਜੇਤੇ ਜੀ, ਤੇਤੇ ਡਕਾਈਏ ਭੁਲੇਖਾ ਨਾ ਰਹੇ। ਵੀ ਮਾਇਆ ਕੇਵਲ ਮਨੁੱਖ ਨੂੰ ਹੀ ਵਿਆਪਦੀ ਹੈ।
ਮਾਇਆ ਨੇ 84 ਲੱਖ ਜੂਨੀਆਂ ਨੂੰ ਭਟਕਾਇਆ ਹੋਇਆ ਹੈ, ਭਰਮਾਇਆ ਹੋਇਆ ਹੈ। ਪਰ 84 ਲੱਖ ਜੂਨੀਆਂ ਜਿਹੜੀਆਂ ਨੇ, ਕੇਵਲ ਮਨੁੱਖ ਇਹਦੇ ਜਾਲ ਵਿੱਚੋਂ ਬਾਹਰ ਨਿਕਲ ਸਕਦਾ ਹੈ। ਇਹਦੇ ਵਿੱਚ ਇਹ ਫਰਕ ਹੈ ਕਿ ਕੇਵਲ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਉੱਪਰ ਜਾ ਸਕਦਾ ਹੈ, ਬਾਕੀ ਜੂਨੀਆਂ ਨਹੀਂ ਜਾ ਸਕਦੀਆਂ, ਕਿਉਂਕਿ ਉਹਨਾਂ ਕੋਲ ਸਾਧਨ ਨਹੀਂ ਹਨ। ਉਹਨਾਂ ਦੇ ਕੋਲ ਨਾ ਜ਼ਬਾਨ ਹੈ, ਨਾ ਉਸ ਤਰ੍ਹਾਂ ਦੀ ਸਰੋਤ ਹੈ, ਨਾ ਉਸ ਤਰ੍ਹਾਂ ਦੀ ਸਮਝ ਹੈ। ਹਾਲਾਂਕਿ ਆਪਾਂ ਦੇਖਦੇ ਹਾਂ ਕਈ ਵਾਰ ਕਈ ਜਾਨਵਰ ਜਾਂ ਪਸ਼ੂ ਪੰਛੀ ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਹੀ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ, ਰੇ ਮਨ ਓਟ ਲਿਓ ਹਰ ਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ। ਬੜ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੈ। ਜਨਮ ਜਨਮ ਕੇ ਪਾਪ ਖੋਏ ਕੈ, ਪੁਨ ਬੈ ਕੁੰਠ ਸਧਾਵੈ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜਾਂ ਗਤ ਕੋ ਜੋ ਗੀਸਰ ਬਾਛ, ਸੋ ਗਤ ਛਿਨ ਮੈਂ ਪਾਈ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਹਾਥੀ ਇੱਕ ਜਾਨਵਰ ਹੈ, ਉਹਦੇ ਕੋਲ ਨਾ ਤਾਂ ਕੋਈ ਮਨੁੱਖਾਂ ਵਾਲਾ ਗੁਣ, ਨਾ ਉਹਨੇ ਕਿਤੋਂ ਜਾ ਕੇ ਕੋਈ ਵਿਦਿਆ ਪ੍ਰਾਪਤ ਕੀਤੀ। ਜਿਵੇਂ ਮਨੁੱਖ ਕਿਸੇ ਕਾਲਜ ਤੋਂ, ਯੂਨੀਵਰਸਿਟੀ ਤੋਂ, ਸਕੂਲ ਤੋਂ ਜਾਂ ਕਿਸੇ ਧਾਰਮਿਕ ਸੰਸਥਾ ਤੋਂ ਵੀ ਵਿਦਿਆ ਆਪਾਂ ਲੈਂਦੇ ਹਾਂ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਤੇ ਨਾ ਹੀ ਉਸ ਹਾਥੀ ਨੂੰ ਧਰਮ ਬਾਰੇ ਕੋਈ ਪਤਾ ਸੀ ਕਿ ਕਿਹੜਾ ਧਰਮ ਕਰਾਂ, ਕਿਹੜੇ ਧਰਮ ਦੇ ਅਨੁਸਾਰ ਚੱਲਾਂ। ਜਾਨਵਰ ਹੈ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਮ ਕਾ ਦੇਖੋ, ਅਭੈ ਦਾਨ ਤੇ ਦੀਨਾ। ਜਬ ਹੀ ਸ਼ਰਨ ਗਈ ਕਿਰਪਾ, ਨਿਧ ਗਜ ਗਰਾ ਤੇ ਛੂਟਾ। ਉਹ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਕਿਉਂਕਿ ਜਦੋਂ ਬਿਪਤਾ ਪਈ, ਇੱਕ ਦੁੱਖ ਐਸਾ ਹੈ ਜੋ ਸਾਡੀ ਆਤਮਾ ਨੂੰ, ਬਲਕਿ ਕਈ ਵਾਰ ਪਸ਼ੂਆਂ ਦੀ ਆਤਮਾ ਨੂੰ ਵੀ ਜਗਾ ਦਿੰਦਾ ਹੈ। ਤਾਂ ਹੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਜਿਹੜਾ ਹੈ ਇਹ ਜਗਾ ਦਿੰਦਾ ਹੈ ਸਾਡੇ ਸੁੱਤੇ ਹੋਏ ਮਨ ਨੂੰ, ਅਚੇਤ ਵਿੱਚ ਪਏ ਹੋਏ ਨੂੰ। ਤੇ ਜਦੋਂ ਉਸ ਹਾਥੀ ਤੇ ਬਿਪਤਾ ਪਈ, ਉਹਨੇ ਆਪਣਾ ਸਾਰਾ ਜ਼ੋਰ ਲਾਇਆ, ਨਹੀਂ ਛੁੱਟ ਸਕਿਆ। ਦੁੱਖ ਦੇ ਵਿੱਚ ਕਿਤੇ ਆਤਮਾ ਜਾਗ ਗਈ ਤੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੁੜ ਗਈ, ਅਰਦਾਸ ਕੀਤੀ। ਭਾਈ ਗੁਰਦਾਸ ਜੀ ਇਸ ਬਾਬਤ ਲਿਖਦੇ ਨੇ, ਕਹਿੰਦੇ ਕਿ ਉਹ ਵਾਹਿਗੁਰੂ ਪਰਮਾਤਮਾ ਕੋਈ ਪਤਾ ਨਹੀਂ ਕਿਹਦੀ ਅਰਦਾਸ ਸੁਣ ਲਵੇ। ਅਰਦਾਸ ਆਪਾਂ ਸਾਰੇ ਕਰਦੇ ਹਾਂ, ਤੇ ਉਹ ਪਸ਼ੂਆਂ ਦੀ, ਪੰਛੀਆਂ ਦੀ, ਜਾਨਵਰਾਂ ਦੀ ਵੀ ਅਰਦਾਸ ਸੁਣਦਾ ਹੈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਨੇ ਨਾ, ਚੀਟੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਸ ਸਮੇਂ ਹਾਥੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਨੇ ਇੱਕ ਕਮਲ ਦਾ ਫੁੱਲ ਰੱਖ ਕੇ ਅਰਦਾਸ ਕੀਤੀ, ਆਪਣੀ ਸੁੰਡ ਦੇ ਵਿੱਚ ਕਮਲ ਦਾ ਫੁੱਲ ਪਕੜ ਕੇ। ਤੇ ਤਨਕ ਤੰਦਲ ਜਗਦੀਸੈ ਦੇ ਸਦਾਮਾ, ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ। ਦੁਖਤ ਗਜਿੰਦ ਅਰ ਬਿੰਦ ਗੈ, ਭੇਟ ਰਾਖੈ ਤਾਂ ਕੇ ਕਾਜੈ ਚੱਕਰ ਪਾਣ ਆਨ ਗ੍ਰਸੇ ਗ੍ਰਾਹ ਜੀ। ਭਾਈ ਗੁਰਦਾਸ ਜੀ ਕੇ ਲਿਖਦੇ ਨੇ, ਜਦੋਂ ਉਸ ਹਾਥੀ ਨੇ ਇੱਕ ਫੁੱਲ ਦੀ ਭੇਟਾ ਰੱਖ ਕੇ ਅਰਦਾਸ ਕੀਤੀ ਤੇ ਵਾਹਿਗੁਰੂ ਪਰਮਾਤਮਾ ਨੇ ਉਹਦੇ ਬੰਧਨ ਕੱਟ ਦਿੱਤੇ। ਸੋ ਮਾਇਆ ਦਾ ਪ੍ਰਭਾਵ ਸਾਰਿਆਂ ਦੇ ਉੱਪਰ ਹੈ, ਕੋਈ ਐਸਾ ਜੀਵ ਨਹੀਂ ਹੈ, ਪਰ ਉਹਨਾਂ ਵਿੱਚੋਂ ਕੋਈ ਵਿਰਲਾ ਹੈ ਜਿਹਦੇ ਤੇ ਕੋਈ ਕਿਰਪਾ ਹੋ ਜਾਵੇ ਤੇ ਆਤਮਾ ਜਾਗ ਜਾਵੇ। ਪਰ ਹਰ ਇੱਕ ਮਨੁੱਖ ਦੇ ਕੋਲੇ ਮੌਕਾ ਹੈ, ਹਰ ਇੱਕ ਮਨੁੱਖ ਦੇ ਕੋਲੇ ਚਾਂਸ ਹੈ ਕਿ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ, ਪਰ ਜੇ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਸੰਸਾਰ ਦੀ ਮਾਇਆ ਦੇ ਵਿੱਚ ਤੂੰ ਲਪਟਾਏ ਮਾਨ ਹੋ ਰਿਹਾ ਹੈ, ਇਹ ਮਾਇਆ ਦੇ ਜਿੰਨੇ ਵੀ ਸੰਬੰਧ ਹਨ, ਕਿਉਂਕਿ
ਮਾਇਆ ਕੇਵਲ ਪੈਸਾ ਨਹੀਂ ਹੈ, ਸਾਡਾ ਇਹ ਸਰੀਰ ਵੀ ਮਾਇਆ ਹੈ ਜੋ ਸਾਨੂੰ ਦਿਖਾਈ ਦੇ ਰਿਹਾ ਹੈ। ਸਾਡਾ ਪਰਿਵਾਰ ਵੀ, ਕਾਰੋਬਾਰ, ਇਹ ਸੰਸਾਰ ਜੋ ਕੁਝ ਹੈ ਇਹ ਸਭ ਮਾਇਆ ਹੈ। ਮਹਾਰਾਜ ਕਹਿੰਦੇ ਹੇ ਜੀਵ, ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਇਹ ਸਰੀਰ ਨੇ ਵੀ ਨਾਲ ਨਹੀਂ ਜਾਣਾ। ਪਰ ਮਾਇਆ ਦੇ ਪ੍ਰਭਾਵ ਹੇਠਾਂ ਜੀਵ ਬੜੇ ਪਾਪ ਕਰਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਬਹੁ ਪਰ ਪੰਚ ਕਰ ਭਰ ਧਨ ਧਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛਿਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੇ ਸਵੇਰਾ। ਕਹਿੰਦੇ ਜਿਨ੍ਹਾਂ ਵਾਸਤੇ ਤੂੰ ਇਹ ਪਾਪ ਕਰਮ ਕਰ ਰਿਹਾ ਹੈ, ਇੰਨੀਆਂ ਠੱਗੀਆਂ ਮਾਰਦਾ ਹੈ, ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਤਾਂ ਜਾਣ ਦੀ ਗੱਲ ਦੂਰ ਦੀ ਹੈ। ਜਦੋਂ ਤੋਂ ਇਹਨਾਂ ਪਾਪਾਂ ਦੇ ਫਲ ਨੂੰ ਭੋਗੇਗਾ, ਮੰਜੇ ਤੇ ਪੈ ਜਾਵੇਂਗਾ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕੋਈ ਪਾਣੀ ਦਾ ਵੀ ਬੁੱਕ ਤੇਰਾ ਨਹੀਂ ਭਰੇਗਾ, ਤੇਰੇ ਬੁੱਕ ਦੇ ਵਿੱਚ ਕੋਈ ਪਾਣੀ ਵੀ ਨਹੀਂ ਪਾਵੇਗਾ ਆ ਕੇ। ਨਾਲ ਤਾਂ ਕਿਸੇ ਨੇ ਕੀ ਜਾਣਾ ਹੈ ਜਿਨ੍ਹਾਂ ਵਾਸਤੇ ਤੂੰ ਪਾਪ ਕਰ ਰਿਹਾ ਹੈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਉਹਨਾਂ ਨੇ ਇੱਕ ਐਸੀ ਹਸਤੀ ਦਾ ਜ਼ਿਕਰ ਕੀਤਾ ਹੈ ਜਿਹੜਾ ਹੋਰ ਕੋਈ ਕੰਮ ਨਹੀਂ ਸੀ ਕਰਦਾ, ਕਿਰਤ ਕਰਕੇ ਬੱਚਿਆਂ ਨੂੰ ਪਾਲਣਾ। ਕਿ ਉਹ ਹਰ ਸਮੇਂ ਲੋਕਾਂ ਨੂੰ ਠੱਗਦਾ ਸੀ, ਠੱਗੀਆਂ ਮਾਰਦਾ ਸੀ, ਲੋਕਾਂ ਨੂੰ ਕਤਲ ਕਰਕੇ ਬੱਚਿਆਂ ਨੂੰ ਪਾਲਦਾ ਸੀ। ਪਰ ਕੋਈ ਉਹਦਾ ਪੂਰਲਾ ਕਰਮ ਜਾਗਿਆ, ਰੱਬ ਦਾ ਪਿਆਰਾ ਕੋਈ ਮਹਾਂਪੁਰਖ ਆ ਗਏ, ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ। ਭਾਈ ਗੁਰਦਾਸ ਜੀ ਉਹਦਾ ਜੀਵਨ ਲਿਖਿਆ ਹੈ। ਵਾਟ ਰਸਤੇ ਦੇ ਵਿੱਚ ਬੈਠਾ ਹੋਇਆ, ਛੁਪ ਕੇ ਬਹਿ ਜਾਂਦਾ ਸੀ ਜੰਗਲ ਦੇ ਵਿੱਚ, ਤੇ ਲੋਕ ਲੰਘਦੇ ਸਨ। ਹਨੇਰੇ ਸਵੇਰੇ ਜਿਹੜਾ ਵੀ ਵੇਖਿਆ ਕੋਈ ਮੋਟੀ ਸਾਮੀ ਹੈ ਉਹਨੂੰ ਲੁੱਟ ਲੈਂਦਾ ਸੀ, ਮਾਰ ਦਿੰਦਾ ਸੀ, ਕਤਲ ਕਰ ਦਿੰਦਾ ਸੀ। ਕੋਈ ਮਹਾਂਪੁਰਖ ਆ ਗਏ, ਚਿਹਰੇ ਦਾ ਜਲਾਲ ਵੇਖਿਆ, ਕਹਿੰਦੇ ਇਹਨਾਂ ਕੋਲ ਬਹੁਤ ਮਾਇਆ ਹੋਵੇਗੀ, ਪਕੜ ਲਿਆ ਉਹਨਾਂ ਨੂੰ। ਕਹਿੰਦੇ ਜੋ ਕੁਝ ਹੈਗਾ ਧਰ ਦਿਓ। ਮਹਾਂਪੁਰਖ ਕਹਿੰਦੇ ਭਾਈ ਸਾਡੇ ਕੋਲ ਕੀ ਹੈ, ਸਾਡੇ ਕੋਲ ਤਾਂ ਇਹ ਤਨ ਦੇ ਕੱਪੜੇ ਨੇ, ਰੱਬ ਦੀ ਬੰਦਗੀ ਹੈ, ਨਾਮ ਹੈ, ਹੋਰ ਕੀ ਹੈ। ਫਿਰ ਉਹਨਾਂ ਨੇ ਸਮਝਾਣਾ ਕੀਤਾ, ਭਲਿਆ ਇਹ ਪਾਪ ਕਿਉਂ ਕਰਦਾ ਹੈ। ਕਹਿੰਦਾ ਸਾਡੀ ਤਾਂ ਇਹ ਕਿਰਤ ਚੱਲੀ ਆ ਰਹੀ ਹੈ। ਕਹਿਣ ਲੱਗੇ ਦੇਖ, ਜਿਨ੍ਹਾਂ ਵਾਸਤੇ ਤੂੰ ਇਹ ਸਾਰਾ ਕੁਝ ਕਰ ਰਿਹਾ, ਪਰਿਵਾਰ ਨੂੰ ਪਾਲਣਾ ਮਾੜੀ ਗੱਲ ਨਹੀਂ ਹੈ, ਬਲਕਿ ਪਰਿਵਾਰ ਨੂੰ ਪਾਲਣਾ ਗੁਰੂ ਦੀ ਜੁਗਤ ਦੇ ਵਿੱਚ ਇੱਕ ਭਗਤੀ ਬਣ ਜਾਂਦੀ ਹੈ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਪੈਨੰਦਿਆਂ ਖੇਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਜੇ ਆਪਾਂ ਸਤਿਗੁਰੂ ਦੀ ਜੁਗਤੀ ਨਾਲ ਚੱਲਾਂਗੇ ਤੇ ਪਰਿਵਾਰ ਵੀ ਸਾਡਾ ਭਲੇ ਦਾ ਕਾਰਨ ਬਣ ਜਾਵੇਗਾ। ਪਰ ਜੇ ਆਪਾਂ ਸਤਿਗੁਰੂ ਦੀ ਜੁਗਤ ਛੱਡ ਦਿੱਤੀ ਫਿਰ ਖੁਆਰ ਹੋਵਾਂਗੇ। ਤੇ ਉਸ ਸਮੇਂ ਮਹਾਂਪੁਰਖਾਂ ਨੇ ਜਦੋਂ ਸਮਝਾਇਆ, ਕਮਾਈ ਵਾਲੇ ਸੀ, ਉਹਨਾਂ ਦੇ ਬਚਨਾਂ ਨੇ ਅਸਰ ਕੀਤਾ। ਕਹਿੰਦੇ ਜਾ ਜਿਨ੍ਹਾਂ ਵਾਸਤੇ ਤੂੰ ਇਹ ਸਾਰਾ ਕੁਝ ਕਰਦੇ ਪੁੱਛ ਕੇ ਆ, ਤੇਰਾ ਕੋਈ ਸਾਥ ਦੇਣਗੇ। ਜਦੋਂ ਘਰ ਵਿੱਚ ਗਿਆ ਕਹਿੰਦਾ ਹਾਂ ਮੇਰਾ ਤਾਂ ਸਾਰਾ ਪਰਿਵਾਰ ਮੇਰੇ ਤੇ ਜਾਨ ਵਾਰਦਾ ਹੈ। ਗਿਆ ਕਹਿਣ ਲੱਗਾ ਵੀ ਮੈਂ ਤੁਹਾਡੇ ਵਾਸਤੇ ਕਤਲ ਕਰਦਾ ਹਾਂ, ਲੋਕਾਂ ਨੂੰ ਠੱਗਦਾ ਹਾਂ, ਮਾਰਦਾ ਹਾਂ। ਜਦੋਂ ਮੈਂ ਇਸ ਦੁਨੀਆ ਨੂੰ ਛੱਡ ਕੇ ਜਾਵਾਂਗਾ ਮੇਰਾ ਹਿਸਾਬ ਕਿਤਾਬ ਹੋਵੇਗਾ, ਕੀ ਤੁਸੀਂ ਮੇਰਾ ਉੱਥੇ ਸਾਥ ਦੇਵੋਗੇ। ਤਾਂ ਸਾਰਾ ਪਰਿਵਾਰ ਕਹਿਣ ਲੱਗ ਪਿਆ ਭਾਈ ਅਸੀਂ ਤੇਰਾ ਸਾਥ ਕਿਉਂ ਦੇਵਾਂਗੇ। ਘਰ ਵਾਲੀ ਕਹਿੰਦੀ ਹੈ ਮੇਰੇ ਮਾਂ ਪਿਓ ਨੇ ਤੇਰੇ ਲੜ ਲਾਇਆ ਹੈ, ਜਿਵੇਂ ਮਰਜ਼ੀ ਕਮਾਈ ਕਰਕੇ ਲਿਆ, ਸਾਥ ਉੱਥੇ ਕੋਈ ਨਹੀਂ ਦੇ ਸਕਦਾ। ਜੇ ਕੋਈ ਦੇਣਾ ਵੀ ਚਾਹੇ ਨਹੀਂ ਵੀ ਦੇ ਸਕਦਾ। ਤਾਂ ਬੜਾ ਉਦਾਸ ਹੋਇਆ, ਵਾਪਸ ਮੁੜ ਆਇਆ, ਮਹਾਂਪੁਰਸ਼ਾਂ ਦੇ ਚਰਨਾਂ 'ਤੇ ਡਿੱਗ ਪਿਆ। ਫਿਰ ਉਹਨਾਂ ਨੇ ਇਹਨੂੰ ਪਰਮਾਤਮਾ ਦਾ ਨਾਮ ਉਪਦੇਸ਼ ਦਿੱਤਾ। ਉਹ ਕਹਿੰਦੇ ਮੰਤਰ ਉਲਟਾ ਕੇ ਦਿੱਤਾ ਸੀ, ਕਿਉਂਕਿ ਸ਼ਾਸਤਰ ਦੀ ਮਰਿਆਦਾ ਹੈ ਕਿ ਜਿਹੜਾ ਬੰਦਾ ਨੀਚ ਸੁਭਾਅ ਵਿੱਚ ਜੀ ਰਿਹਾ ਹੋਵੇ ਨਾ, ਉਹਨੂੰ ਸਿੱਧੇ ਤੌਰ 'ਤੇ ਪਰਮਾਤਮਾ ਦੇ ਨਾਮ ਨਾਲ ਜਾਂ ਕਿਸੇ ਵੀ ਧਰਮ ਦੇ ਅੰਦਰ ਦਾਖਲ ਨਹੀਂ ਕੀਤਾ ਜਾ ਸਕਦਾ।
ਜਿਵੇਂ ਅੱਜ ਕੱਲ੍ਹ ਆਪਾਂ ਕਈ ਵਾਰ ਦੇਖਦੇ ਹਾਂ ਆਪਾਂ ਕਿ ਕਿਸੇ ਪ੍ਰਭਾਵ ਦੇ ਹੇਠਾਂ ਆ ਕੇ ਕਈ ਵਾਰ ਲੋਕ ਅੰਮ੍ਰਿਤ ਛਕ ਲੈਂਦੇ ਨੇ, ਪਰ ਉਹ ਪਿਛਲਾ ਜੀਵਨ ਅਜੇ ਬਦਲਿਆ ਨਹੀਂ ਹੁੰਦਾ, ਉਹਦੀ ਕੋਈ ਤਿਆਰੀ ਨਹੀਂ ਕੀਤੀ ਹੁੰਦੀ, ਤੇ ਚਾਓ ਵਿੱਚ ਥੋੜ੍ਹਾ ਜਿਹਾ ਪ੍ਰਭਾਵ ਵਿੱਚ ਆ ਕੇ ਅੰਮ੍ਰਿਤ ਛਕ ਲਿਆ, ਥੋੜ੍ਹੇ ਬਿਨਾਂ ਬਾਅਦ ਹੀ ਕਿਰਪਾਨ ਵੀ ਲਾ ਦਿੰਦੇ ਨੇ, ਕਈ ਕੇਸ ਵੀ ਕਤਲ ਕਰਾ ਦਿੰਦੇ ਨੇ, ਕਿਉਂਕਿ ਉਹਦੀ ਪਹਿਲਾਂ ਤਿਆਰੀ ਨਹੀਂ ਹੋਈ। ਇੱਕ ਕੋਈ ਡਾਕਟਰ ਦੀ ਪਦਵੀ 'ਤੇ ਵੀ ਗੁਰਮੁਖ ਹੋ ਬੈਠਦਾ, ਉਹਨੂੰ ਵੀ ਦੇਖੋ 25-20 ਸਾਲ ਲੱਗ ਜਾਂਦੇ ਨੇ, ਤਿਆਰੀ ਕਰਦਾ ਜਾ ਕੇ ਉਸ ਪਦਵੀ 'ਤੇ ਬੈਠਦਾ ਹੈ। ਕੋਈ ਟੀਚਰ ਬਣਦਾ ਹੈ, ਕੋਈ ਪ੍ਰਿੰਸੀਪਲ ਬਣਦਾ ਹੈ, ਕੋਈ ਜੱਜ ਬਣਦਾ ਹੈ, ਕੋਈ ਫੌਜ ਦਾ ਮੁਖੀ, ਕੋਈ ਪੁਲਿਸ ਦਾ ਮੁਖੀ ਬਣਦਾ ਹੈ, ਉਹਨੂੰ ਸਮਾਂ ਲੱਗਦਾ ਹੈ ਨਾ ਪੜ੍ਹਾਈ ਕਰਨ 'ਤੇ। ਇਸੇ ਤਰ੍ਹਾਂ ਭਾਈ ਇਹ ਵੀ ਇੱਕ ਬੇਨਤੀ ਹੈ, ਜਦੋਂ ਆਪਾਂ ਅੰਮ੍ਰਿਤ ਛਕਣਾ ਪਹਿਲਾਂ ਕੁਝ ਨੇਮ ਬਣਾਈਏ ਗੁਰੂ ਘਰ ਆਉਣ ਦਾ, ਸੇਵਾ ਕਰਨ ਦਾ। ਨਹੀਂ ਤੇ ਜੇ ਆਪਾਂ ਚਾਓ ਵਿੱਚ ਇਸ ਮਾਰਗ 'ਤੇ ਆਉਂਦੇ ਹਾਂ, ਥੋੜ੍ਹੇ ਦਿਨਾਂ ਬਾਅਦ ਉਹ ਚਾਹ ਲੈ ਜਾਂਦਾ ਹੈ। ਪਹਿਲਾਂ ਇੱਕ ਨੇਮ ਬਣਾਇਆ ਜਾਵੇ ਗੁਰੂ ਘਰ ਆਉਣ ਦਾ, ਕਮ ਸੇ ਕਮ ਇਹਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਫਿਰ ਸੇਵਾ ਕਰੀਏ, ਬਾਣੀ ਸਿੱਖੀਏ, ਅੰਮ੍ਰਿਤ ਛਕੀਏ। ਨਹੀਂ ਤੇ ਆਪਾਂ ਇਹ ਦੇਖਦੇ ਹਾਂ ਵੀ ਚਾਓ ਵਿੱਚ ਅੰਮ੍ਰਿਤ ਛਕ ਲੈਂਦੇ ਨੇ, ਮੁੜ ਕੇ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਉਹ ਸਾਰਾ ਕੁਝ ਪਤਤ ਪੁਣੇ ਵੱਲ ਚਲਾ ਜਾਂਦਾ ਹੈ। ਇਹ ਸ਼ਸਤਰ ਦੀ ਮਰਿਆਦਾ ਹੈ। ਤਾਂ ਕਹਿੰਦੇ ਉਹਨਾਂ ਨੇ ਮੰਤਰ ਉਲਟਾ ਕੇ ਦੇ ਦਿੱਤਾ, ਰਾਮ ਸ਼ਬਦ ਨੂੰ ਮਰਾ ਕਹਿ ਕੇ ਦੇ ਦਿੱਤਾ। ਉਹ ਜਪ ਕੇ ਫਿਰ ਉਹ ਦੇਖੋ ਕਿੰਨਾ ਆਤਮਿਕ ਗਿਆਨੀ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਸਾਨੂੰ ਸਮਝਾ ਰਹੇ ਹਨ, ਬਖਸ਼ਿਸ਼ ਕਰ ਰਹੇ ਹਨ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ। ਇੱਕ ਦਫਾ ਪਿਆਰ ਸਹਿਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੰਗ ਨਾ ਚਾਲਸ ਤੇਰੇ ਧਨਾ। ਮਹਾਰਾਜ ਕਹਿੰਦੇ ਜਿਸ ਧਨ ਵਾਸਤੇ ਤੂੰ ਇੰਨਾ ਪਾਪ ਕਰਦਾ ਹੈ, ਧਨ ਕਮਾਣਾ ਮਾੜਾ ਨਹੀਂ ਹੈ। ਪੁਰਾਤਨ ਇਤਿਹਾਸ ਪੜ੍ਹੋ, ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਆਰਾਧਨਾ ਕਰ ਰਹੇ ਨੇ ਭਾਈ ਮੱਖਣ ਸ਼ਾਹ ਲਵਾਣਾ ਜੀ। ਉਹਨਾਂ ਦੇ ਜਹਾਜ਼ ਚੱਲਦੇ ਸੀ, ਕਿੱਡਾ ਵੱਡਾ ਕਾਰੋਬਾਰ ਸੀ। ਮਹਾਰਾਜ ਇਹ ਕਹਿੰਦੇ, ਇਹ ਨਹੀਂ ਕਹਿੰਦੇ ਮੇਰਾ ਸਿੱਖ ਗਰੀਬ ਹੋਵੇ ਜਾਂ ਕੋਈ ਵੀ ਮਨੁੱਖ ਗਰੀਬ ਹੋਵੇ, ਬਲਕਿ ਮਹਾਰਾਜ ਕਹਿੰਦੇ ਉਦਮ ਕਰੇਂਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਚ। ਕਾਰੋਬਾਰ ਕਰੋ, ਵਧੀਆ ਤੋਂ ਵਧੀਆ ਦੁਨੀਆ ਦੇ ਵਿੱਚ ਪਦਵੀਆਂ ਪ੍ਰਾਪਤ ਕਰੋ, ਉੱਚੀਆਂ ਤੋਂ ਉੱਚੀਆਂ ਪਦਵੀਆਂ ਪ੍ਰਾਪਤ ਕਰੋ। ਪਰ ਮਹਾਰਾਜ ਕਹਿੰਦੇ ਉਹਦੇ ਵਿੱਚ ਠੱਗੀ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਛਲ ਫਰੇਬ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇਹ ਧਨ ਹੈ ਇਹ ਤੇਰਾ ਦਾਨ ਪੁੰਨ ਕੀਤਾ ਹੋਇਆ ਵੀ ਤੈਨੂੰ ਲਾਭ ਨਹੀਂ ਦੇਵੇਗਾ। ਸੰਗ ਨਾ ਚਾਲਸ ਤੇਰੇ ਧਨਾ, ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ। ਮਨੁੱਖ ਠੱਗੀਆਂ ਮਾਰ ਕੇ ਕਈ ਤਰ੍ਹਾਂ ਦੇ ਕਰਮ ਧਰਮ ਕਰਦਾ ਹੈ, ਬੜੇ ਦਾਨ ਵੀ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਤੇ ਜਮਾਂ ਨੇ ਲੁੱਟ ਲੈਣੇ ਹਨ। ਇਸ ਕਰਕੇ ਸੰਗ ਨਾ ਚਾਲਸ ਤੇਰੇ ਧਨਾ। ਇਹ ਧਨ ਜਿੰਨਾ ਵੀ ਪ੍ਰਾਪਰਟੀ ਹੈ ਇਹ ਤੇਰੇ ਨਾਲ ਨਹੀਂ ਜਾਣੀ। ਕਾਰੂ ਬਾਦਸ਼ਾਹ ਨੇ ਕਹਿੰਦੇ 45 ਗੰਜ ਮਾਇਆ ਦੇ ਜੋੜੇ ਸਨ, ਕਿਤੇ 40 ਗੰਜ ਦਾ ਜ਼ਿਕਰ ਆਉਂਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨੂੰ ਸਮਝਾਉਣਾ ਕੀਤਾ ਸੀ। ਮਹਾਰਾਜ ਉੱਥੇ ਇੱਕ ਕੌਤਕ ਵਰਤਾਇਆ, ਜਾ ਕੇ ਠੀਕਰੀਆਂ ਇਕੱਠੀਆਂ ਕਰਨ ਲੱਗ ਪਏ। ਉਹ ਕਹਿੰਦੇ ਇਹ ਕੀ ਕਰ ਰਹੇ ਹੋ ਫਕੀਰ ਸਾਈਂ? ਮਹਾਰਾਜ ਕਹਿੰਦੇ ਸਾਡੇ ਨਾਲ ਅਸੀਂ ਜਾਵਾਂਗੇ ਨਾ, ਜਦੋਂ ਸੰਸਾਰ ਤੋਂ ਨਾਲ ਲੈ ਕੇ ਜਾਵਾਂਗੇ। ਤੇ ਉਹ ਕਹਿੰਦੇ ਤਾੜੀ ਮਾਰ ਕੇ ਖਿੜਖੜਾ ਕੇ ਹੱਸਿਆ, ਕਹਿਣ ਲੱਗੇ ਫਕੀਰ ਸਾਈਂ ਤੁਸੀਂ ਭੋਲੇ ਹੋ, ਨਾਲ ਕੁਝ ਵੀ ਨਹੀਂ ਜਾਂਦਾ, ਤੁਸੀਂ ਇਹ ਠੀਕਰੀਆਂ ਕਿਵੇਂ ਲੈ ਜਾਵੋਗੇ? ਮਹਾਰਾਜ ਕਹਿੰਦੇ ਇਹੀ ਤੈਨੂੰ ਸਮਝਾ ਰਿਹਾ, ਇੰਨੀ ਮਾਇਆ ਤੂੰ ਪਾਪ ਕਰ ਕਰਕੇ ਇਕੱਠੀ ਕੀਤੀ ਹੈ, ਸਾਡੇ ਨਾਲ ਜੇ ਠੀਕਰੀਆਂ ਨਹੀਂ ਜਾਣਗੀਆਂ, ਤੇਰਾ ਇੰਨੀ ਮਾਇਆ ਇਕੱਠੀ ਕੀਤੀ ਹੋਈ ਇਹ ਕਿਵੇਂ ਨਾਲ ਚਲੀ ਜਾਵੇਗੀ? ਇਹ ਪਾਪ ਦਾ ਧਨ ਕਿਵੇਂ ਤੇਰੇ ਨਾਲ ਚਲਾ ਜਾਵੇਗਾ? ਸੰਗ ਨਾ ਚਾਲਸ ਤੇਰੇ ਧਨਾ। ਇਹ ਦੁਨਿਆਵੀ ਧਨ ਪਦਾਰਥ ਇਹ ਤੇਰੇ ਨਾਲ ਨਹੀਂ ਚੱਲੇਗਾ। ਕਿਆ ਤੂੰ ਕਿਆ ਲਵਟਾਵੇਂ ਮੂਰਖ ਮਨਾ। ਹੇ ਮੂਰਖ ਮਨ,
ਤੂੰ ਕਿਉਂ ਇਹਦੇ ਵਿੱਚ ਲਵਟਾਏ ਮਾਨ ਹੋ ਰਿਹਾ ਹੈ। ਜਿਹੜਾ ਦੁਨਿਆਵੀ ਧਨ ਹੈ ਉਹ ਸਾਡੇ ਸਰੀਰ ਨੂੰ ਚਾਹੀਦਾ ਹੈ, ਮਨ ਦਾ ਇਹ ਵਿਸ਼ਾ ਹੀ ਨਹੀਂ ਹੈ। ਪਰ ਸਰੀਰ ਇਸ ਧਨ ਵਾਸਤੇ ਇੰਨਾ ਨਹੀਂ ਦੌੜਦਾ ਜਿੰਨਾ ਮਨ ਦੌੜਦਾ ਹੈ। ਸਰੀਰ ਕਰਕੇ ਆਪਾਂ ਕਿੰਨਾ ਕੁ ਕੰਮ ਕਰ ਲਵਾਂਗੇ। ਸਰੀਰ ਆਖੇਗਾ ਬਸ ਹੁਣ ਥੱਕ ਗਿਆ, ਮੈਂ ਹੋਰ ਨਹੀਂ ਕੰਮ ਕਰਨਾ, ਹੁਣ ਆਰਾਮ ਕਰਨਾ ਹੈ। ਪਰ ਮਨ ਆਖੇਗਾ ਨਹੀਂ, ਅਜੇ ਚੱਲ ਹੋਰ ਲਾ ਟਾਈਮ। ਪਾਤਸ਼ਾਹ ਕਹਿੰਦੇ ਹੇ ਮੂਰਖ ਮਨਾ, ਇਹ ਜਿਸ ਧਨ ਵਾਸਤੇ ਤੂੰ ਇੰਨੀ ਦੌੜ ਭੱਜ ਕਰ ਰਿਹਾ, ਇਹ ਤੇਰਾ ਤੱਕ ਇਹਦਾ ਬਿਲਕੁਲ ਕਨੈਕਸ਼ਨ ਹੈ ਹੀ ਨਹੀਂ। ਇੱਕ ਪੈਸੇ ਦਾ ਵੀ ਤੈਨੂੰ ਇਹਦਾ ਲਾਭ ਨਹੀਂ ਹੈ। ਤੂੰ ਇਹਦੇ ਵਿੱਚ ਕਿਉਂ ਲਵਟਾਏ ਮਾਨ ਹੋ ਰਿਹਾ ਹੈ। ਸੁੱਤ ਮੀਤ ਕੁਟੰਬ ਅਰਬਣਤਾ, ਸੁੱਤ ਪੁੱਤਰ, ਮੀਤ ਮਿੱਤਰ ਆਦਿਕ, ਕੁਟੰਬ ਜਿੰਨਾ ਵੀ ਪਰਿਵਾਰ ਹੈ, ਬਣਤਾ ਜਿਹੜੀ ਇਸਤਰੀ ਹੈ, ਸਾਰਾ ਵਿੱਚ ਸੰਬੰਧ ਆ ਗਏ। ਦੋਸਤ ਮਿੱਤਰ ਪਰਿਵਾਰ, ਪੁੱਤਰ ਧੀਆਂ, ਮਾਂ ਪਿਓ। ਮਹਾਰਾਜ ਕਹਿੰਦੇ ਇਨ ਤੇ ਕਹੋ ਤੁਮ ਕਵਣ ਸਨਾਥਾ, ਦੱਸੋ ਇਹਨਾਂ ਦੇ ਵਿੱਚੋਂ ਕੌਣ ਸਾਥ ਨਿਭਿਆ, ਕੌਣ ਕਿਰਤਾਰਥ ਹੋਇਆ। ਇਹਨਾਂ ਨੂੰ ਖੁਸ਼ ਕੋਈ ਨਹੀਂ ਕਰ ਸਕਿਆ। ਤੇ ਇਹਨਾਂ ਦੇ ਵਿੱਚ ਰਹਿ ਕਰਕੇ ਕੋਈ ਵੀ ਜੀਵ ਜੇਕਰ ਰੱਬ ਨੂੰ ਭੁਲਾ ਬੈਠਾ ਹੈ ਤਾਂ ਮਹਾਰਾਜ ਕਹਿੰਦੇ ਉਹਦਾ ਜੀਵਨ ਵਿਅਰਥ ਚਲਾ ਗਿਆ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੀ ਇੱਕ ਸਾਖੀ ਹੈ। ਇਤਿਹਾਸ ਦੇ ਵਿੱਚ ਉਸ ਪਿੰਡ ਦਾ ਨਾਮ ਵੀ ਆਇਆ ਹੈ। ਲਾਹੌਰ ਦੇ ਕੋਲ ਪਿੰਡ ਹੈ ਖਾਈ। ਉਸ ਪਿੰਡ ਦਾ ਇੱਕ ਰਹਿਣ ਵਾਲਾ ਸੀ। ਘਰਦਿਆਂ ਨੇ ਨਾਮ ਉਹਦਾ ਬੜੇ ਪਿਆਰ ਨਾਲ ਰੱਖਿਆ ਪ੍ਰੇਮ ਚੰਦ। ਤੇ ਪਦਾਰਥ ਦੇ ਵਿੱਚ ਇੰਨਾ ਕੁ ਗਰਕ ਹੋ ਗਿਆ, ਪਰਮਾਰਥ ਵੱਲੋਂ ਟੁੱਟ ਕੇ ਹਰ ਸਮੇਂ ਨਸ਼ੇ ਕਰਦਾ ਹੈ, ਦੋਸਤਾਂ ਮਿੱਤਰਾਂ ਦੇ ਵਿੱਚ ਰਹਿੰਦਾ ਹੈ। ਜਿਵੇਂ ਮਨੁੱਖ ਦੇ ਉੱਪਰ ਇਹ ਤਿੰਨ ਚੀਜ਼ਾਂ ਹੋਣ ਨਾ ਮਨੁੱਖ ਦੇ ਕੋਲ, ਤੇ ਮਨੁੱਖ ਦੇ ਉੱਪਰ ਹਾਵੀ ਹੋ ਜਾਂਦੀਆਂ ਹਨ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਤਿੰਨ ਚੀਜ਼ਾਂ ਮਨੁੱਖ ਨੂੰ ਪਾਗਲ ਕਰ ਦਿੰਦੀਆਂ ਨੇ, ਮਨੁੱਖ ਨੂੰ ਕਮਲਾ ਕਰ ਦਿੰਦੀਆਂ ਨੇ। ਉਹ ਕਿਹੜੀਆਂ ਹਨ ਤਿੰਨ ਚੀਜ਼ਾਂ ਜੋ ਮਨੁੱਖ ਨੂੰ ਪਾਗਲ ਕਰ ਦਿੰਦੀਆਂ ਨੇ, ਕਮਲਾ ਕਰ ਦਿੰਦੀਆਂ ਨੇ, ਪਰਮਾਰਥ ਵੱਲੋਂ ਤੋੜ ਦਿੰਦੀਆਂ ਨੇ। ਜੋਬਨ ਧਨ ਪ੍ਰਭਤਾ ਕੇ ਮਦ ਮੈਂ ਐਨਸ ਰਹਿ ਦੀਵਾਨਾ। ਦੀਵਾਨਾ ਕਹੀਏ ਕਮਲਾ, ਐਨਸ ਦਿਨ ਰਾਤ ਜਵਾਨੀ ਅਵਸਥਾ ਹੋਵੇ, ਉਹ ਕਿਸੇ ਤੇ ਵੀ ਆਵੇ ਨਾ ਤੇ ਬੰਦਾ ਫਿਰ ਧਰਤੀ ਤੇ ਪੈਰ ਨਹੀਂ ਉਹਦਾ ਟਿਕਦਾ। ਧਨ ਕੋਲ ਹੋਵੇ ਔਰ ਵਡਿਆਈ ਹੋਵੇ, ਦੁਨੀਆ ਵਿੱਚ ਨਾਮ ਵੀ ਹੋਵੇ, ਕੋਈ MLA ਹੈ, ਕੋਈ ਸਰਪੰਚ ਹੈ, ਕੋਈ ਚੌਧਰੀ ਹੈ, ਕਿਸੇ ਪਾਸੇ ਦਾ ਕੋਈ ਪ੍ਰਧਾਨ ਹੈ, ਕਿਸੇ ਸੰਸਥਾ ਦਾ। ਜੋਵਨ ਧਨ ਪ੍ਰਭਤਾ ਕੇ ਮਦ ਮੈਂ, ਮਦ ਨਾਮ ਹੈ ਨਸ਼ੇ ਦਾ। ਇਹ ਤਿੰਨ ਚੀਜ਼ਾਂ ਦਾ, ਇੱਕ ਨਸ਼ਾ ਤਾਂ ਇੱਕ ਚੀਜ਼ ਦਾ ਹੀ ਮਾੜਾ ਹੈ ਕਿ ਬੰਦੇ ਕੋਲ ਧਨ ਹੀ ਹੋਵੇ, ਇਹੀ ਬੰਦੇ ਨੂੰ ਖਰਾਬ ਕਰਦਾ ਹੈ। ਅੱਜ ਵੇਖੋ ਮਨੁੱਖਤਾ ਦੇ ਕੋਲ ਧਨ ਬੜਾ ਆ ਗਿਆ ਤੇ ਧਰਮ ਤੋਂ ਦੁਨੀਆ ਬੜੀ ਦੂਰ ਜਾ ਚੁੱਕੀ ਹੈ। ਸਾਡਾ ਜਿਹੜਾ ਸੌਣਾ ਹੈ, ਆਪਾਂ ਦੂਜਿਆਂ ਦੀ ਗੱਲ ਛੱਡੀਏ, ਆਪਣੀ ਕਰੀਏ। ਸਾਡਾ ਸੌਣਾ ਖਾਣਾ ਪੀਣਾ ਗੁਰੂ ਦੀ ਮਰਿਆਦਾ ਤੋਂ ਬਿਲਕੁਲ ਉਲਟ ਹੋ ਗਿਆ ਹੈ। ਧਨ ਦੇ ਵਿੱਚ ਇੰਨਾ ਗਰਕ ਹੋ ਗਏ, ਸਿੱਖ ਦੇ ਕੋਲ ਅੱਜ ਅੰਮ੍ਰਿਤ ਵੇਲਾ ਨਹੀਂ ਰਿਹਾ, ਕਿਉਂਕਿ ਸੌਣਾ ਹੀ ਰਾਤ ਨੂੰ 12 ਵਜੇ ਹੈ ਜਾਂ 2 ਵਜੇ ਹੈ, ਤੇ ਫਿਰ ਅੰਮ੍ਰਿਤ ਵੇਲਾ ਕਿਵੇਂ ਸੰਭਾਲਿਆ ਜਾਵੇਗਾ। ਗੁਰਮੁਖੋ, ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਚੱਲਣਾ ਹੈ। ਸਤਿਗੁਰੂ ਸਾਡਾ ਮਾਰਗਦਰਸ਼ਨ ਕਰਦੇ ਨੇ। ਸਾਨੂੰ ਸਾਰਾ ਰੂਹਾਨੀਅਤ ਦੇ ਜੀਵਨ ਦੀ ਗੱਲ ਬਾਅਦ 'ਚ ਕੀਤੀ, ਪਹਿਲਾਂ ਸਰੀਰਕ ਜੀਵਨ ਬਾਰੇ ਮਹਾਰਾਜ ਕਹਿੰਦੇ ਨੇ ਕਿ ਤੇਰਾ ਸਰੀਰਕ ਜੀਵਨ ਠੀਕ ਹੋਏਗਾ ਤਾਂ ਹੀ ਤੂੰ ਧਰਮ ਕਮਾਵੇਂਗਾ। ਜੇ ਤੇਰੇ ਇਸ ਜੀਵਨ ਦੀ ਮਰਿਆਦਾ ਨਹੀਂ, ਤੂੰ ਧਰਮ ਦੀ ਮਰਿਆਦਾ ਵਿੱਚ ਵੀ ਨਹੀਂ ਚੱਲ ਸਕੇਗਾ। ਸਤਿਗੁਰੂ ਨੂੰ ਪੁੱਛ ਲਈਏ, ਮਹਾਰਾਜ ਅਸੀਂ ਸੋਈਏ ਕਦੋਂ, ਖਾਈਏ ਕਿਵੇਂ ਜਿਹਾ, ਪਾਈਏ ਕਿਵੇਂ ਜਿਹਾ, ਉੱਠੀਏ ਕਦੋਂ,
ਤੇ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਮਹਾਰਾਜ ਖਾਣੇ ਬਾਰੇ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਇੱਥੇ ਮਹਾਰਾਜ ਜੀ ਨੇ ਉੱਥੇ ਸਾਰੀ ਗੱਲ ਕੀਤੀ ਹੈ ਸ਼ਬਦ ਦੇ ਵਿੱਚ, ਸੌਣ ਬਾਰੇ ਵੀ, ਸਵਾਰੀਆਂ ਬਾਰੇ ਵੀ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਵੀ ਹੁਕਮ ਕਰਦੇ ਨੇ। ਆਪਾਂ ਪੁੱਛੀਏ ਅੰਮ੍ਰਿਤ ਵੇਲਾ ਕਦੋਂ ਹੈ? ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਵੀ ਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ। ਸੱਚੇ ਪਾਤਸ਼ਾਹ ਸਾਨੂੰ ਨਹੀਂ ਪਤਾ ਅੰਮ੍ਰਿਤ ਵੇਲਾ ਕਦੋਂ ਹੈ, ਤੁਸੀਂ ਦੱਸੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਕੇ ਦੱਸਦੇ ਨੇ, ਚੌਥੈ ਪਹਿਰ ਸੁਬਾਹ ਕੈ, ਸੁਰਤਿਆਂ ਉਪਜੈ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸਾਚਾ ਨਾਉ। ਇਹ ਸ਼ਬਦ ਜਿਹੜਾ ਮਨ ਮੁਖ ਇਕੱਠਾ ਨਹੀਂ ਬੋਲਣਾ, ਕਿਉਂਕਿ ਮਨ ਮੁਖ ਇਕੱਠਾ ਬੋਲ ਦਾਂਗੇ ਤੇ ਬੰਦਾ ਨਾਸਤਕ ਬਾਰੇ ਜ਼ਿਕਰ ਹੋ ਜਾਵੇਗਾ। ਗੁਰਮੁਖ ਅੰਮ੍ਰਿਤ ਵੇਲੇ ਉੱਠਦੇ ਨੇ, ਚੌਥਾ ਪਹਿਰ ਰਾਤ ਦਾ ਜਦੋਂ ਹੁੰਦਾ ਹੈ। ਰਾਤ ਦਾ ਪਹਿਲਾ ਪਹਿਰ ਗੁਰਮੁਖੋ 6 ਤੋਂ 9 ਵਜੇ ਦਾ ਹੈ। ਦੂਜਾ ਪਹਿਰ ਰਾਤ ਦਾ 9 ਤੋਂ 12 ਹੈ। ਤੀਸਰਾ ਪਹਿਰ ਰਾਤ ਦਾ 12 ਤੋਂ 3 ਹੈ। ਚੌਥਾ ਪਹਿਰ ਰਾਤ ਦਾ 3 ਤੋਂ 6 ਵਜੇ ਦਾ ਹੈ। ਅੰਮ੍ਰਿਤ ਵੇਲਾ 3 ਤੋਂ 6 ਵਜੇ। ਮਹਾਰਾਜ ਕਹਿੰਦੇ ਚੌਥਾ ਪਹਿਰ ਸੁਬਾਹ ਕਹਿ, ਸੁਰਤਿਆਂ ਉਪਜੈ ਚਾਓ। ਸੁਰਤੇ ਜਿਨ੍ਹਾਂ ਦੀ ਸੁਰਤ ਜਾਗੀ ਹੋਈ ਹੈ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਅੰਮ੍ਰਿਤ ਵੇਲੇ ਉੱਠਦੇ ਨੇ ਤੇ ਕਰਦੇ ਕੀ ਨੇ? ਤਿਨਾਂ ਦਰਿਆਵਾਂ ਸਿਓ ਦੋਸਤੀ। ਦਰਿਆ ਮੈਨੇ ਪਾਣੀ ਦੇ ਜਿੰਨੇ ਵੀ ਸਰੋਤ ਨੇ, ਉਹ ਖੂਹ ਹੋ ਸਕਦਾ ਹੈ, ਟਿਊਬਵੈੱਲ ਹੋ ਸਕਦਾ ਹੈ, ਸਮਰਸੀਬਲ ਹੋ ਸਕਦਾ ਹੈ, ਜਿੰਨੇ ਵੀ ਪਾਣੀ ਦੇ ਸਰੋਤ ਨੇ, ਗੁਰਮੁਖ ਉੱਥੇ ਚਲੇ ਜਾਂਦੇ ਨੇ, ਜਾ ਕੇ ਇਸ਼ਨਾਨ ਕਰਦੇ ਨੇ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸਾਚਾ ਨਾ। ਉਹਨਾਂ ਦੇ ਮਨ ਵਿੱਚ ਵੀ ਔਰ ਉਹਨਾਂ ਦੇ ਮੁਖ ਵਿੱਚ ਵੀ ਕੀ ਹੁੰਦਾ ਹੈ? ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਜਾਪ ਉਹਨਾਂ ਦੀ ਰਸਨਾ ਵਿੱਚ ਵੀ ਹੁੰਦਾ ਹੈ ਤੇ ਉਹਨਾਂ ਦੇ ਮਨ ਵਿੱਚ ਵੀ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਆਪਣੇ ਜੀਵਨ ਨੂੰ ਸੰਭਾਲਦਾ ਹੈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਦੋਂ ਇਹ 3 ਚੀਜ਼ਾਂ ਆ ਜਾਣ, ਜੋਬਨ ਜਵਾਨੀ ਅਵਸਥਾ ਹੋਵੇ ਤੇ ਧਨ ਕੋਲ ਹੋਵੇ ਤੇ ਵਡਿਆਈ ਹੋਵੇ ਤੇ ਬੰਦਾ ਕਮਲਾ ਹੋ ਜਾਂਦਾ ਹੈ, ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਪ੍ਰੇਮਾ ਦੋਸਤਾਂ ਮਿੱਤਰਾਂ ਨਾਲ ਰਲ ਕੇ ਮਾੜੀ ਸੰਗਤ ਵਿੱਚ ਬਹਿੰਦਾ, ਨਸ਼ੇ ਕਰਨ ਲੱਗ ਪਿਆ, ਸਰੀਰ ਤੇ ਕੋੜ ਹੋ ਗਿਆ ਤੇ ਉਸ ਸਮੇਂ ਐਸੇ ਬਿਮਾਰੀ ਦਾ ਛੇਤੀ ਇਲਾਜ ਨਹੀਂ ਸੀ ਹੁੰਦਾ। ਕੋੜ ਬਹੁਤ ਜ਼ਿਆਦਾ ਹੋ ਗਿਆ। ਘਰਦਿਆਂ ਨੇ ਸੋਚਿਆ ਸਾਨੂੰ ਨਾ ਇਹਦੇ ਤੋਂ ਬਿਮਾਰੀ ਲੱਗ ਜਾਵੇ। ਚੱਕਿਆ ਉਹਦਾ ਮੰਜਾ, ਰਸਤੇ ਜੰਗਲ ਦੇ ਵਿੱਚ ਜਾ ਕੇ ਧਰ ਆਏ। ਬੜਾ ਦੁਖੀ ਹੁੰਦਾ, ਕੋਈ ਲੰਘਦਾ ਲੰਘਾਉਂਦਾ ਜਾਂ ਘਰਦਿਆਂ ਨੂੰ ਟਾਈਮ ਲੱਗਦਾ, ਮਾੜਾ ਮੋਟਾ ਰੋਟੀ ਪਾਣੀ ਦੇ ਆਉਂਦੇ ਨੇ। ਹੁਣ ਵੇਖਦਾ ਹੈ ਕੋਈ ਮਿੱਤਰ ਮੇਰੇ ਨੇੜੇ ਨਹੀਂ ਆਉਂਦਾ। ਜਿਹੜੇ ਮਿੱਤਰ ਸ਼ਾਮ ਨੂੰ ਆ ਕੇ ਆਵਾਜ਼ ਮਾਰ ਲੈਂਦੇ ਸੀ, ਥੋੜ੍ਹਾ ਜਿਹਾ ਹਨੇਰਾ ਆਉਂਦਾ ਸੀ, ਆ ਜਾ ਵੀ ਮਿੱਤਰਾ ਆਪਾਂ ਇਕੱਠੇ ਹੋ ਕੇ ਬਹਿਣਾ ਹੈ, ਮਹਿਫਲ ਲੱਗਣੀ, ਆ ਜਾ ਇਕੱਠੇ ਹੋ ਜਾਈਏ। ਕੋਈ ਕੰਮ ਕਿਤੇ ਜਾਣਾ, ਦੋਸਤਾਂ ਨੇ ਆਵਾਜ਼ ਮਾਰਨੀ। ਅੱਜ ਕੋਈ ਵੀ ਮਿੱਤਰ ਨੇੜੇ ਨਹੀਂ ਆ ਰਿਹਾ। ਮਹਾਰਾਜ ਕਹਿੰਦੇ ਸੁੱਤ ਮੀਤ ਕੁਟੰਬ ਅਰ ਬਣਤਾ। ਜਦੋਂ ਬਿਪਤਾ ਪੈਂਦੀ ਹੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੈ। ਹੁਣ ਰੋਂਦਾ ਹੈ, ਪਰਿਵਾਰ ਵੀ ਨੇੜੇ ਨਹੀਂ ਆਉਂਦਾ, ਦੋਸਤ ਮਿੱਤਰ ਤਾਂ ਉਹਨਾਂ ਨੇ ਤਾਂ ਯਾਦ ਵੀ ਨਹੀਂ ਕਦੇ ਕੀਤਾ। ਹੁਣ ਜਦੋਂ ਰੋਂਦਾ ਹੈ, ਪਛਤਾਉਂਦਾ ਹੈ ਤੇ ਹੁਣ ਰੱਬ ਯਾਦ ਆਉਂਦਾ ਹੈ। ਪਰ ਹੁਣ ਰੱਬ ਨਾਲ ਜੁੜਿਆ ਕਿਵੇਂ ਜਾਵੇ? ਕਿਉਂਕਿ ਹਰ ਇੱਕ ਚੀਜ਼ ਦੀ ਤਕਨੀਕ ਹੈ। ਗੁਰਮੁਖੋ ਪਰਮਾਤਮਾ ਨਾਲ ਜੁੜਨ ਦੀ ਵੀ ਮਰਿਆਦਾ ਹੈ, ਤਕਨੀਕ ਹੈ। ਤਾਂ ਕਿਤੇ ਦਾ ਪੂਰਬਲਾ ਕਰਮ ਜਾਗਿਆ
ਸੰਗਤ ਆ ਰਹੀ ਸੀ ਗੋਬਿੰਦਵਾਲ ਸਾਹਿਬ ਨੂੰ ਸ਼ਬਦ ਪੜ੍ਹਦੇ ਹੋਏ। ਜਦੋਂ ਇਹਦੇ ਕੋਲੋਂ ਲੰਘੀ ਉੱਚੀ ਧਾਹਾਂ ਮਾਰ ਕੇ ਰੋ ਪਿਆ, ਬੇਨਤੀ ਕੀਤੀ ਗੁਰਸਿੱਖਾਂ ਦੇ ਚਰਨਾਂ ਵਿੱਚ, ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਉਸ ਗੁਰੂ ਦੇ ਕੋਲ ਲੈ ਚੱਲੋ। ਸੋ ਰਹੋ ਵਿਚਾਰ, ਸਿੱਖ ਇਸ ਨੂੰ ਲੈ ਆਏ, ਡਿਉੜੀ ਦੇ ਬਾਹਰ ਇਹਦਾ ਉਤਾਰਾ ਕੀਤਾ। ਪਰ ਹੁਣ ਇੱਕ ਗੱਲ ਦੀ ਖੁਸ਼ੀ ਵੀ ਹੈ ਕਿ ਜੰਗਲ ਵਿੱਚ ਮੈਂ ਕਲਪਣ ਨਾਲੋਂ ਹੁਣ ਸੱਚੇ ਗੁਰੂ ਦੇ ਦਰ ਤੇ ਆ ਗਿਆ। ਇੱਥੇ ਮੈਂ ਮਰਾਂਗਾ ਵੀ ਤੇ ਮੇਰਾ ਜੀਵਨ ਕੁਝ ਨਾ ਕੁਝ ਮੇਰਾ ਭਲਾ ਹੋ ਜਾਵੇਗਾ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਕਿਤੇ ਰੱਬ ਪੁੱਛ ਲੇ ਸਾਡੇ ਦਰਵਾਜ਼ੇ ਤੇ ਕੌਣ ਆ ਕੇ ਪਿਆ ਹੈ, ਭਲਾ ਹੋ ਜਾਏਗਾ ਇੰਨੇ ਨਾਲ ਹੀ। ਸੱਚੇ ਗੁਰੂ ਦੇ ਦੁਆਰੇ ਤੇ ਆ ਕੇ ਡਿੱਗ ਪਿਆ ਤੇ ਰੋਜ਼ ਲਫ਼ਜ਼ ਪੜਦਾ ਹੈ, ਮੈਂ ਗਿਆ ਕਸੋਟਾ ਲੱਦਾ, ਮੈਂ ਗਿਆ ਕਸੋਟਾ।